Ora sucrole come ducapole, asuna kirpala diaria, ora sunava kenume, ora sunava kenume. हाँ भाई, सब संतां दा यही उपदेश है कि जिसने इस रचना ਨੂੰ ਬਣਾਇਆ ਹੈ ਜਿਹਨੇ ਇਹ ਕਾਨੂੰਨ ਘੜੇ ਹਨ ਦਿਨ ਰਾਤ ਕਿਵੇਂ ਬਣਾਉਣੀ ਹੈ, ਕਿਸ ਤਰ੍ਹਾਂ ਤਾਰਾ ਮੰਡਲ, ਸੂਰਜ ਮੰਡਲ, ਚੰਦਰਮਾ ਮੰਡਲ ਆਪੋ ਆਪਣੇ ਥਾਈਂ ਪੈਦਾ ਕੀਤੇ ਹੈ। ਇਸੇ ਤਰ੍ਹਾਂ ਹੋਰ ਵੀ ਗ੍ਰਹਿ ਸਾਰੇ ਉਹਨੇ ਪੈਦਾ ਕੀਤੇ ਹੈ। ਮਹਾਤਮਾ ਆ ਕੇ ਦੇਖਦੇ ਹੈ ਕਿ ਉਸ ਕੋਈ ਉਹਨੂੰ ਕੁਦਰਤ ਕਹਿੰਦਾ ਹੈ, ਮਹਾਤਮਾ ਉਸ ਨੂੰ ਭਗਵਾਨ ਵੀ ਕਹਿੰਦੇ ਹੈ, ਕੁਦਰਤ ਵੀ ਕਹਿੰਦੇ ਹੈ। ਗੁਰੂ ਨਾਨਕ ਜੀ ਕੁਦਰਤ ਦੱਸਿਆ, ਕੁਦਰਤ ਸੁਣੀਆ, ਕੁਦਰਤ ਬਹੁਤ ਸੁਖਸਾਰ। ਉਹ ਕਹਿੰਦੇ ਬਈ ਉਹਨੂੰ ਤੁਸੀਂ ਕਿਸੇ ਨਾਮ ਨਾਲ ਸੰਬੋਧਨ ਕਰ ਲਓ, ਬੁਲਾ ਲਓ। ਆਖਰ ਉਹ ਪ੍ਰਮਾਤਮਾ ਇੱਕ ਹੈ ਜਿਹਨੇ ਰਚਨਾ ਨੂੰ ਪੈਦਾ ਕੀਤਾ ਹੈ। ਕਿਸ ਤਰ੍ਹਾਂ ਉਹਦੇ ਪੱਕੇ ਨਿਯਮ ਹੈ, ਆਪਣੇ ਆਪ ਹੀ ਚੱਲ ਰਹੇ ਹੈ, ਆਪਣੇ ਆਪ ਹੀ ਕੰਮ ਕਰ ਰਹੇ ਹੈ। ਇਸ ਤਰ੍ਹਾਂ ਇਹ ਜਿਹੜਾ ਸੰਸਾਰ ਹੈ, ਚਾਹੇ ਪਸ਼ੂ ਹੈ, ਚਾਹੇ ਪੰਛੀ ਹੈ, ਚਾਹੇ ਇਨਸਾਨਾਂ ਦੀ ਸ਼੍ਰੇਣੀ ਹੈ, ਹਰ ਇੱਕ ਉਸ ਨੇ ਪੈਦਾ ਕਰਕੇ, ਉਹ ਬੇਫਿਕਰ ਨਹੀਂ ਪੈਦਾ ਕਰਕੇ ਹੋਇਆ, ਉਹ ਸਭ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ। ਮਹਾਤਮਾ ਸਾਨੂੰ ਵੀ ਇਹ ਵੀ ਦੱਸਦੇ ਹੈ ਕਿ ਚੰਗੇ ਜਾਂ ਮੰਦੇ ਜੀਵ ਉਹਨੇ ਖੁਦ ਹੀ ਉਪਾਏ ਹੈ ਔਰ ਦੋਨਾਂ ਨੂੰ ਆਪਦੇ ਨਿਯਮਾਂ ਦੇ ਅਧੀਨ ਚਲਾ ਰਿਹਾ ਹੈ। ਸਾਨੂੰ ਕਿਸੇ ਤੇ ਨੁਕਤਾਚੀਨੀ ਕਰਨ ਦਾ ਅਧਿਕਾਰ ਨਹੀਂ ਹੁੰਦਾਗਾ, ਕਿਉਂਕਿ ਅਗਰ ਕੋਈ ਗਲਤ ਕੰਮ ਕਰਦਾ ਹੈ, ਭਗਵਾਨ ਉਹਨੂੰ ਖੁਦ ਹੀ ਉਹਦੇ ਕਰਮ ਬੁਰੇ ਬਣ ਜਾਂਦੇ ਹੈ, ਉਹ ਫਿਰ ਭੋਗਣ ਵਾਸਤੇ ਫਿਰ ਸੰਸਾਰ ਵਿੱਚ ਭੇਜ ਦਿੰਦਾ ਹੈ। ਇੱਥੋਂ ਤੱਕ ਕਿ ਸੰਗਤ ਦੇ ਵਿੱਚ ਵੀ ਆਉਣਾ ਸਾਡਾ ਪਹਿਲਾਂ ਤੋਂ ਤੈਅ ਹੁੰਦਾ ਹੈ। ਨਾਮ ਦਾ ਮਿਲਣਾ, ਗੁਰੂ ਦਾ ਮਿਲਣਾ ਵੀ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ। ਲੇਕਿਨ ਇਸ ਚੀਜ਼ ਦੀ ਸੋਝੀ ਨਾ ਆਉਣ ਕਰਕੇ ਅਸੀਂ ਸਭ ਲੋਕ ਜਦ ਤੱਕ ਬਾਹਰ ਬੈਠੇ ਹਾਂ ਸਮਝ ਨਹੀਂ ਆਉਂਦੀ, ਪਰੇਸ਼ਾਨ ਰਹਿੰਦੇ ਹਾਂ। ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਦੀ ਜ਼ਿੰਮੇਵਾਰੀ ਮਹਾਤਮਾ ਨੇ ਲੈ ਲਈ ਹੈ, ਨਾਮ ਨਾਲ ਜੋੜ ਦਿੱਤੇ ਹੈ, ਨਾਮ ਉਹਨਾਂ ਨੂੰ ਅਬੇਰ ਸਵੇਰ ਜ਼ਰੂਰ ਆਪਦੇ ਵਿੱਚ ਮਿਲਾਏਗਾ। ਲੇਕਿਨ ਕਮਾਈ ਤੇ ਇਸੇ ਵਾਸਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਜਿੰਦੇ ਜੀ ਤੁਸੀਂ ਭਰਮ ਚੋਂ ਨਿਕਲੋ, ਵਹਿਮ ਚੋਂ ਨਿਕਲੋ, ਸੱਚਾਈ ਨੂੰ ਖੁਦ ਹੀ ਤੁਸੀਂ ਦੇਖੋ। ਮਹਾਰਾਜ ਕਿਰਪਾਲ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਮੂਸਾ ਪੈਗੰਬਰ ਦੀ। ਉਹਨਾਂ ਨੇ ਇੱਕ ਦਫਾ ਖੁਦਾ ਨੂੰ ਕਿਹਾ ਕਿ ਤੁਸੀਂ ਹਰ ਇੱਕ ਵਿਅਕਤੀ ਨੂੰ ਰੋਜੀ ਦਿੰਦੇ ਬੜੇ ਔਖੇ ਹੁੰਦੇ ਹੋਵੋਗੇ, ਹਰੇਕ ਦੀ ਸੰਭਾਲ ਕਰਨੀ ਬੜੀ ਮੁਸ਼ਕਿਲ ਹੁੰਦੀ ਹੋਏਗੀ, ਮੈਂ ਕਿਉਂ ਨਾ ਤੁਹਾਡਾ ਹੱਥ ਵਟਾਵਾਂ, ਮੈਨੂੰ ਵੀ ਤੁਸੀਂ ਇਹ ਡਿਊਟੀ ਦਿਓ। ਉਹ ਕਹਿੰਦੇ ਮੂਸਿਆ ਇਹ ਡਿਊਟੀ ਨਿਭਾਉਣੀ ਬੜੀ ਔਖੀ ਹੈ। ਉਹ ਕਹਿੰਦਾ ਨਹੀਂ ਜੀ। ਉਹਨਾਂ ਨੇ ਆਪਣਾ ਪਿਆਰਾ ਸਮਝ ਕੇ ਉਹਨਾਂ ਨੂੰ ਕਿਹਾ ਅੱਛਾ ਵੀ ਅੱਜ ਤੂੰ ਰੋਜੀ ਦੇ। ਉਹਨੇ ਬਹੁਤ ਸਾਰੇ ਆਦਮੀਆਂ ਨੂੰ ਦਿੱਤੀ ਰੋਜੀ, ਲੇਕਿਨ ਇੱਕ ਨੂੰ ਨਾ ਦਿੱਤੀ। ਉਹ ਭਗਵਾਨ ਦੇ ਵਿੱਚ, ਖੁਦਾ ਦੇ ਵਿੱਚ ਨੁਕਸ ਕੱਢ ਰਿਹਾ ਸੀਗਾ ਕਿ ਮੈਨੂੰ ਰੋਜੀ ਨਹੀਂ ਦਿੱਤੀ ਗਈ, ਇਹ ਠੀਕ ਨਹੀਂ ਗਾ। ਜਦ ਮੂਸੇ ਨੂੰ ਬੁਲਾ ਕੇ ਪੁੱਛਿਆ, ਉਹ ਕਹਿਣ ਲੱਗਿਆ ਜੀ ਇਹ ਤਾਂ ਬਹੁਤ ਬੁਰਾ ਆਦਮੀ ਹੈ, ਭੱਦਾ ਆਦਮੀ ਹੈ, ਇਹਦਾ ਤਾਂ ਨਾਂ ਲੈਣਾ ਹੀ ਗੁਨਾਹ ਹੈ। ਇਹ ਉਹ ਸ਼ਖਸ ਹੈ ਜਿਸ ਨੇ ਮਰੀ ਔਰਤ ਕਬਰ ਚੋਂ ਕੱਢ ਕੇ ਉਹਦੇ ਨਾਲ ਗੁਨਾਹ ਕਰ ਰਿਹਾ ਸੀਗਾ। ਹੁਣ ਤੁਸੀਂ ਖੁਦ ਹੀ ਸੋਚ ਕੇ ਦੇਖੋ ਕਿ ਐਸੇ ਆਦਮੀ ਨੂੰ ਵੀ ਰੋਜੀ ਦੇਣੀ ਹੈ, ਕਿ ਇਹ ਰੋਜੀ ਦਾ ਹੱਕਦਾਰ ਹੈ? ਉਹ ਕਹਿੰਦੇ ਹਾਂ ਮੂਸਿਆ, ਇਹੀ ਮੁਸ਼ਕਿਲ ਹੈ। ਅਗਰ ਇਹ ਬੁਰਾਈ ਕਰਦਾ ਹੈ ਤੇ ਇਹ ਆਪਦੇ ਵਾਸਤੇ ਕਰਦਾ ਹੈ, ਰੋਜੀ ਦੇਣ ਵਾਲਾ ਤਾਂ ਉਹਦੇ ਨਾਲ ਬੁਰਾਈ ਨਹੀਂ ਨਾ ਕਰ ਰਿਹਾ। ਇਸ ਵਾਸਤੇ ਪਰਮਾਤਮਾ ਇੱਕ ਹੈ, ਉਹ ਸਭ ਦੇ ਅੰਦਰ, ਚੰਗੇ ਅੰਦਰ ਵੀ ਕੰਮ ਕਰਦਾ ਹੈ, ਮਾੜੇ ਅੰਦਰ ਵੀ ਕੰਮ ਕਰਦਾ ਹੈ। ਗੁਰੂ ਨਾਨਕ ਕਹਿੰਦੇ ਤੁਸੀਂ ਖੁਦ ਤਜਰਬਾ ਕਰ ਲਓ, ਸ਼ਬਦ ਦੇ ਨਾਲ ਜੁੜ ਕੇ ਦੇਖ ਲਓ, ਅੰਦਰ ਜਾ ਕੇ ਦੇਖ ਲਓ, ਫਿਰ ਕਿਸੇ ਨੂੰ ਤੁਸੀਂ ਮੰਦਾ ਕਹਿ ਦਿਓ, ਫਿਰ ਅਸੀਂ ਤੁਹਾਨੂੰ ਮੰਨ ਜਾਵਾਂਗੇ ਬਈ ਇਹ ਮੰਦਾ ਕਹਿੰਦੇ ਹੈ। ਕਿਉਂਕਿ ਜਦ ਅਸੀਂ
ਆਪਣੀ ਆਤਮਾ ਤੋਂ ਤਿੰਨੇ ਪਰਦੇ ਲਾ ਕੇ ਅੰਦਰ ਚਲੇ ਜਾਂਦੇ ਹਾਂ। ਉੱਥੇ ਮੰਦਾ ਦਿਸਦਾ ਹੀ ਨਹੀਂਗਾ, ਉੱਥੇ ਉਪਰਾ ਹੈ ਹੀ ਨਹੀਂ, ਪਰਮਾਤਮਾ ਹੀ ਦਿਸਦਾ ਹੈ। ਜਲੇ ਪਰਮਾਤਮਾ, ਥਲੇ ਪਰਮਾਤਮਾ, ਹਰ ਜਗ੍ਹਾ ਪਰਮਾਤਮਾ ਹੀ ਤੁਹਾਨੂੰ ਕੰਮ ਕਰਦਾ ਨਜ਼ਰ ਆਏਗਾ। ਹਰ ਮਹਾਤਮਾ ਨੇ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕਿਹਾ। ਗੁਰੂ ਨਾਨਕ ਨੇ ਵੀ ਕਿਹਾ ਕਿ ਤੁਸੀਂ ਅੰਦਰ ਜਾ ਕੇ ਦੇਖੋ, ਸ਼ਬਦ ਨਾਲ ਜੁੜ ਕੇ ਦੇਖੋ, ਫੇਰ ਤੁਸੀਂ ਮੰਦਾ ਨਹੀਂ ਕਹੋਗੇ। ਇਸੇ ਚੀਜ਼ ਨੂੰ ਲੈ ਕੇ ਹਜ਼ਰਤ ਈਸਾ ਨੇ ਕਿਹਾ ਸੀ ਤੁਸੀਂ ਆਪਣੇ ਵਿਰੋਧੀਆਂ ਵਾਸਤੇ ਵੀ ਪ੍ਰਾਰਥਨਾ ਕਰੋ। ਮਹਾਨ ਸੰਤ ਕਬੀਰ ਸਾਹਿਬ ਕਹਿੰਦੇ ਹੈ, ਅੱਵਲ ਅਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਿਹੜੇ ਲੋਕ ਇੱਕ ਪਾਸੇ ਤਾਂ ਇਹ ਕਹਿੰਦੇ ਅਸੀਂ ਬਹੁਤ ਅੱਛੀ ਕਮਾਈ ਵਾਲੇ हैं, ਦੂਜੇ ਪਾਸੇ ਦੂਜਿਆਂ ਦੀ ਨਿੰਦਿਆ ਕਰਨ ਤੇ ਲੱਗੇ ਹੋਏ ਹੈ। ਅੱਗੋਂ ਸੰਤ ਦਾ ਜਵਾਬ ਕੀ ਹੋਇਆ, ਅੱਜ ਤੱਕ ਉਹ ਚੁੱਪ ਰਹਿੰਦੇ ਹੈ। ਚੁੱਪ ਹੀ ਉਹਨਾਂ ਦਾ ਜਵਾਬ ਹੁੰਦਾ ਹੈ। ਮਹਾਰਾਜ ਸਾਵਣ ਦੀ ਬਹੁਤ ਆਲੋਚਨਾ ਕੀਤੀ ਗਈ। ਇੱਕ ਫਿਰਕੇ ਨੇ ਤਾਂ ਉਹਨਾਂ ਦੇ ਖਿਲਾਫ ਕਿਤਾਬ ਵੀ ਛਪਾ ਦਿੱਤੀ। ਇਸੇ ਤਰ੍ਹਾਂ ਮਹਾਰਾਜ ਕਿਰਪਾਲ ਦੇ ਮੁਤਲਕ, ਹੋਰ ਵੀ ਸੰਤਾਂ ਦੇ ਮੁਤਲਕ ਅਸੀਂ ਬਹੁਤ ਕੁਝ ਸੁਣਿਆ ਹੈ ਕਿ ਦੁਨੀਆਦਾਰ ਕਿੱਥੋਂ ਤੱਕ ਉਹਨਾਂ ਨਾਲ ਬੁਰਾ ਸਲੂਕ ਕਰਦੇ ਹੈ। ਲੇਕਿਨ ਅਫਸੋਸ ਨਾਲ ਕਹਿਣਾ ਪਏਗਾ, ਇਹ ਸਭ ਕੁਝ ਜੋ ਸੰਤ ਮਤ ਦੇ ਅਨਿਆਈ ਸਨ, ਸੰਤ ਮਤ ਦੇ ਉੱਤੇ ਚੱਲਣ ਵਾਲੇ ਸਨ, ਸਭ ਕੁਝ ਉਹਨਾਂ ਮਹਾਤਮਾ ਨਾਲ ਉਹਨਾਂ ਹੀ ਲੋਕਾਂ ਨੇ ਨਿੰਦਿਆ ਕਰੀ, ਉਹਨਾਂ ਨੇ ਉਹਨਾਂ ਦੀ ਬੁਰਾ ਸਲੂਕ ਕੀਤਾ। ਜਦ ਸਾਵਣ ਨੂੰ ਕਿਹਾ ਗਿਆ ਕਿ ਤੁਸੀਂ ਇਹਦਾ ਕੋਈ ਜਵਾਬ ਦਿਓ, ਉਹ ਕਹਿੰਦੇ ਸੰਤਾਂ ਦੀ ਚੁੱਪ ਹੀ ਜਵਾਬ ਹੁੰਦੀ ਹੈ। ਪਿਆਰਿਓ, ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਉਹਨਾਂ ਦੇ ਅੰਦਰ ਨਿਮਰਤਾ ਹੁੰਦੀ ਹੈ, ਕਿੰਨਾ ਵਿਸ਼ਵਾਸ ਹੁੰਦਾ ਹੈ। ਮਹਾਰਾਜ ਕਿਰਪਾਲ ਨੂੰ ਵੀ ਕਿਹਾ ਗਿਆ ਕਿ ਤੁਸੀਂ ਇਸ ਕਿਤਾਬ ਦਾ ਕੋਈ ਜਵਾਬ ਦਿਓ। ਉਹ ਹੱਸ ਕੇ ਕਹਿੰਦੇ, ਸਭ ਮਿਲ ਬੈਠੋ, ਆਪਾਂ ਸਾਰੇ ਪ੍ਰਭੂ ਦਾ ਭਜਨ ਕਰਨ ਵਾਸਤੇ ਆਏ ਹਾਂ, ਪ੍ਰਭੂ ਦੀ ਯਾਦ ਵਿੱਚ ਬੈਠੋ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਇਹ ਕਿਉਂ ਕਹਿੰਦੇ ਹੈ, ਸਾਨੂੰ ਅਜੇ ਸਚਾਈ ਤੋਂ ਦੂਰ ਹੁੰਦੇ ਹਾਂ ਅਸੀਂ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ, ਝੂਠਾ ਆਦਮੀ, ਕੋਛਾ ਆਦਮੀ ਸਦਾ ਆਪਣੀ ਸਫਾਈ ਪੇਸ਼ ਕਰਦਾ ਹੈ, ਲੇਕਿਨ ਸਿਆਣਾ ਆਦਮੀ ਵਕਤ ਦੀ ਉਡੀਕ ਕਰਦਾ ਹੁੰਦਾ ਹੈ। ਉਹ ਕਹਿੰਦਾ ਵਕਤ ਇਹਨੂੰ ਆਪ ਹੀ ਬਤਾਵੇਗਾ, ਕਿਉਂਕਿ ਬੁਰਾਈ ਕਰਨ ਵੇਲੇ, ਨਿੰਦਿਆ ਕਰਨ ਵੇਲੇ ਬੰਦਾ ਕਿਸੇ ਖਾਸ ਬੁਰੇ ਕਰਮ ਦੇ ਜਜ਼ਬਾਤ ਦੇ ਥੱਲੇ ਹੁੰਦਾ ਹੈ, ਉਹਨੂੰ ਆਪਣੀ ਹੋਸ਼ ਨਹੀਂ ਹੁੰਦੀਗੀ। ਲੇਕਿਨ ਇਹ ਉਹਦੇ ਵੱਸ ਦੀ ਖੇਡ ਨਹੀਂ ਹੁੰਦੀਗੀ। ਮੈਂ ਐਸੇ ਦੇਖੇ ਹੈ ਜਿਨ੍ਹਾਂ ਨੇ ਮਹਾਰਾਜ ਸਾਵਣ ਸਿੰਘ ਦੇ ਖਿਲਾਫ ਇੱਕ ਵਿਚਾਰਨੀ ਸਭਾ ਬਣਾਈ ਸੀਗੀ, ਜਿਹੜੇ ਹਮੇਸ਼ਾ ਹੀ ਸਿੱਧੀਆਂ ਗੱਲਾਂ ਨੂੰ ਪੁੱਠੀਆਂ ਕਰਕੇ ਪ੍ਰਚਾਰਦੇ ਸਨ। ਲੇਕਿਨ ਵਕਤ ਆਉਣ ਤੋਂ ਕਈ ਆਦਮੀ ਮੈਥੋਂ ਨਾਮ ਲੈ ਗਏ ਹੈ, ਉਹਨਾਂ ਦਾ ਪਰਿਵਾਰ ਹੁਣ ਸਤਸੰਗੀ ਹੈ। ਲੇਕਿਨ ਅੱਜ ਸਵਾਏ ਪਛਤਾਵੇ ਤੋਂ ਉਹਨਾਂ ਦੇ ਪਾਸ ਕੁਝ ਨਹੀਂ। ਉਹਨਾਂ ਨੇ ਖੁਦ ਹੀ ਇਹ ਕਿਹਾ ਕਿ ਅਸੀਂ ਬਹੁਤ ਕੁਝ ਬੁਰਾ ਕਮਾ ਲਿਆ ਹੈ, ਸਾਡਾ ਵਕਤ ਆ ਗਿਆ। ਪਿਆਰਿਓ, ਤੁਹਾਡੇ ਅੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ਼ਬਦ ਹੈ, ਛੋਟਾ ਜਿਹਾ ਸ਼ਬਦ ਗੁਰੂ ਨਾਨਕ ਦਾ ਵੀ ਹੋਏਗਾ। ਉਹ ਕਹਿੰਦੇ ਆ, ਆਪ ਪਾਉਂਦਾ ਹੈ, ਆਪ ਹੀ ਆਪਦੀ ਨਜ਼ਰ ਹੇਠ ਜੀਵਾਂ ਨੂੰ ਰੱਖਦਾ ਹੈ। ਕਿਹਨੂੰ ਮੰਦਾ ਕਹੀਏ, ਸਾਰੇ ਚੰਗੇ ਹੈ, ਕਿਉਂਕਿ ਸਾਰਿਆਂ ਦਾ ਸਾਹਿਬ, ਸਾਰਿਆਂ ਦਾ ਪਰਮਾਤਮਾ ਇੱਕ ਹੈ। ਸ਼ਲੋਕ ਮਹਲਾ ਦੂਸਰਾ, ਪੰਨਾ 1233। आप उपाय नानका, आपे रखै वेक, मंदा किसनो आखिए, जां सबना साहिब एक, सबना साहिब एक है, वेखै तंदे लाए, किसे थोड़ा किसे अगला, खाली कोई नहीं। आप कहेंगे जिस तरह किसी का पिता ਆਪਦੇ ਬੱਚਿਆਂ ਨੂੰ ਕੁਝ ਪੂੰਜੀ ਦਿੰਦਾ ਹੈ ਕਿ ਤੁਸੀਂ ਇਹਦੇ ਨਾਲ ਵਪਾਰ ਕਰੋ। ਕਈ ਸਿਆਣੇ ਬੱਚੇ ਉਹਦੇ ਵਿੱਚੋਂ ਵਾਅਦਾ ਕਰ ਲੈਂਦੇ ਹੈ, ਜਦ ਵਾਪਸ ਪਿਤਾ ਦੇ ਪਾਸ ਆਉਂਦੇ ਹੈ ਉਹਦੀ ਖੁਸ਼ੀ ਪ੍ਰਾਪਤ ਕਰ ਲੈਂਦੇ ਹੈ। ਕਈ ਐਸੇ ਹੁੰਦੇ ਹੈ ਜਿਹੜੇ ਉਹ ਮੂਲ ਵੀ ਗਵਾਏ ਆਉਂਦੇ ਹੈ,
ਤੁਹਾਨੂੰ ਪਤਾ ਹੀ ਹੈ ਇੱਕ ਦੁਨਿਆਵੀ ਪਿਤਾ ਵੀ ਫਟਕਾਰਾਂ ਪਾਉਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਸਾਨੂੰ ਸਵਾਸਾਂ ਰੂਪੀ ਪੂੰਜੀ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਦਾ ਹੈ ਨਾਮ ਦਾ ਵਣਜ ਕਰਨ ਵਾਸਤੇ। ਕਈ ਤਾਂ ਇੱਥੇ ਆ ਕੇ ਅੱਛਾ ਵਣਜ ਕਰਦੇ, ਅੱਛਾ ਧੰਦਾ ਕਰਦੇ ਹੈ, ਔਰ ਕਿਸੇ ਨੂੰ ਥੋੜਾ ਦਿੱਤਾ ਹੈ, ਕਿਸੇ ਨੂੰ ਬਹੁਤਾ ਦਿੱਤਾ ਹੈ, ਲੇਕਿਨ ਸਵਾਸਾਂ ਰੂਪੀ ਪੂੰਜੀ ਸਾਰਿਆਂ ਨੂੰ ਦਿੱਤੀ ਹੈ। ਔਰ ਉਹ ਵੇਖਦਾ ਹੈ ਕਿ ਇਹ ਭਲਾ ਕੀ ਕਰਦੇ ਹੈ। ਇਸ ਵਾਸਤੇ ਕਹਿਣ ਲੱਗੇ ਧੰਦੇ ਤੋਂ ਖਾਲੀ ਕੋਈ ਨਹੀਂ, ਲੇਕਿਨ ਸ਼ਾਬਾਸ਼ ਕਿਸਦੀ ਹੈ, ਕਿਹੜਾ ਪਿਤਾ ਦੀ ਸ਼ਾਬਾਸ਼ ਲਏਗਾ ਜੋ ਪਰਮਾਤਮਾ ਦੇ ਕਹੇ ਮੁਤਾਬਕ ਆਪਣੇ ਜੀਵਨ ਨੂੰ ਢਾਲਦਾ ਹੈ, ਉਹਦੀ ਭਗਤੀ 'ਚ ਵਕਤ ਲਾਉਂਦਾ ਹੈ। किसै थोड़ा किसै अगला, खाली कोई नाहीं। आवे नंगे जावे नंगे, विचे करे विथार। नानक हुक्म ना जानिए, अगे काई कार। ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਅਚਰਜ ਗੱਲ ਕਹਿੰਦੇ ਹੈ ਕਿ ਜੀਵ ਸੰਸਾਰ ਦੇ ਵਿੱਚ ਨੰਗੇ ਆਉਂਦੇ ਹੈ, ਜਾਣ ਵੇਲੇ ਵੀ ਨੰਗੇ ਚਲੇ ਜਾਂਦੇ ਹੈ, ਮੁੱਠੀ ਮੀਚ ਕੇ ਜਨਮ ਲੈਂਦੇ ਹੈ, ਹੱਥ ਪਸਾਰ ਕੇ ਚਲੇ ਜਾਂਦੇ ਹੈ। ਲੇਕਿਨ ਇੱਥੇ ਅਸੀਂ ਦੇਖਦੇ ਹੀ ਹਾਂ ਕੋਈ ਘੱਟ ਮਾਇਆ ਇਕੱਠੀ ਕਰਦਾ, ਕੋਈ ਵੱਧ ਕਰਦਾ ਹੈ। ਸਭ ਅਸੀਂ ਮਾਇਆ ਦੀ ਦੌੜ ਵਿੱਚ ਲੱਗੇ ਪਏ ਹਾਂ, ਪਦਾਰਥਾਂ ਦੇ ਕਰਨ ਵਿੱਚ ਲੱਗਦੇ ਹਾਂ, ਲੇਕਿਨ ਜਾਂਦੇ ਕੀ ਹੈ, ਖਾਲੀ ਹੱਥ ਜਾਂਦੇ ਹਾਂ। ਤੋ ਜਦੋਂ ਉਹਦੀ ਨਾਮ ਦੀ ਕਮਾਈ ਨਾ ਕੀਤੀ, ਸ਼ਬਦ ਨਾ ਜੁੜੇ, ਨਾ ਆਪਣੀ ਆਤਮਾ ਨੂੰ ਮਨ ਦੇ ਪੰਜੇ ਤੋਂ ਆਜ਼ਾਦ ਕਰਕੇ ਅੰਦਰ ਉਹਦੇ ਨਾਲ ਜਾ ਕੇ ਮਿਲਾਪ ਨਾ ਕੀਤਾ, ਆਪ ਕਹਿਣ ਲੱਗੇ ਅੱਗੇ ਹੁਣ ਉਹਦੀ ਮਰਜ਼ੀ ਹੈ ਕਿ ਉਹ ਸਾਨੂੰ ਕਿਹੜੀ ਕਾਰ ਦਿੰਦਾ ਹੈ ਜਦੋਂ ਭਗਤੀ ਨਾ ਕਰੀਏ, ਵੀ ਉਹ ਸਾਨੂੰ ਚੱਕੀ ਪੀਣੀ ਦਿੰਦਾ ਹੈ ਜਾਂ ਬਿਮਾਰਾਂ ਦਾ ਖੋਲ ਦਿੰਦਾ ਹੈ। ਇਹ ਹੁਣ ਉਹਦੀ ਮਰਜ਼ੀ ਹੈ ਕਿ ਉਹ ਕੈਸਾ ਜਨਮ ਦਿੰਦਾ ਹੈ ਜਾਂ ਉਸ ਜਨਮ ਦੇ ਵਿੱਚ ਸਾਨੂੰ ਕੀ ਕੀ ਕਸ਼ਟ ਭੋਗਣੇ ਪੈਂਦੇ ਹੈ। ਆਪਾਂ ਦੇਖੀ ਜਾਂਦੇ ਹਾਂ ਬੜੇ ਬੜੇ ਸ਼ਕਤੀਸ਼ਾਲੀ ਮੁਲਕਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਹੋਰ ਕਈ ਮੁਲਕਾਂ ਦੇ ਡਿਕਟੇਟਰ ਵੀ ਇਸ ਸੰਸਾਰ ਨੂੰ ਛੱਡ ਕੇ ਸਾਡੀ ਜ਼ਿੰਦਗੀ 'ਚ ਚਲੇ ਜਾਂਦੇ ਹੈ। ਅਸੀਂ ਉਹਨਾਂ ਦੇ ਦੇਖਦਿਆਂ ਚਲੇ ਜਾਂਦੇ ਹਾਂ। ਤੋਂ ਪਿਆਰਿਓ, ਕਦੇ ਨਹੀਂ ਦੇਖਿਆ ਵੀ ਉਹਦੇ ਨਾਲ ਕੋਈ ਫੌਜਾਂ ਚਲੀਆਂ ਜਾਣ ਜਾਂ ਉਹ ਸਾਰਾ ਮੁਲਕ ਉਹਦੇ ਨਾਲ ਉੱਠ ਜਾਵੇ। ਅਚਰਜ ਦੀ ਗੱਲ ਹੈ ਕਿ ਉਹ ਨੰਗਾ ਹੀ ਜਨਮ ਲੈਂਦਾ ਹੈ, ਹੱਥ ਪਸਾਰ ਕੇ ਉੱਠ ਜਾਂਦਾ, ਨੰਗਾ ਹੀ ਇੱਥੋਂ ਚਲਿਆ ਜਾਂਦਾ ਹੈ। ਲੇਕਿਨ ਇੰਨਾ ਕੁਛ ਦੇਖ ਕੇ ਵੀ ਸਾਡੇ ਕੰਨ ਤੇ ਜੂੰ ਨਹੀਂ ਰੀਂਗਦੀ ਗੀ। ਅਸੀਂ ਸੋਚਦੇ ਹਾਂ ਕਿ ਮੌਤ ਤਾਂ ਲੋਕਾਂ ਵਾਸਤੇ ਹੀ ਹੈ, ਸਾਡੇ ਵਾਸਤੇ ਤਾਂ ਐਸ਼ੋ ਇਸ਼ਰਤੀ ਹੈ, ਦੁਨੀਆ ਦੇ ਪਦਾਰਥ ਇਕੱਠੇ ਕਰਨਾ ਹੀ ਹੈ। ਸ਼ਾਇਦ ਉਹ ਆਲਸ ਕਰ ਗਿਆ, ਲੈ ਕੇ ਨਹੀਂ ਗਿਆ, ਅਸੀਂ ਲੈ ਜਾਵਾਂਗੇ, ਲੇਕਿਨ ਇਹ ਸਾਡੀ ਭੁੱਲ ਹੈ। ਕਬੀਰ ਸਾਹਿਬ ਕਹਿੰਦੇ ਆ ਇਹ ਤਨ ਇੱਕ ਕਾਗਜ਼ ਦੀ ਪੁੜੀ ਜੈਸਾ ਹੈ, ਕਾਗਜ਼ ਦੇ ਉੱਤੇ ਪਾਣੀ ਪੈ ਜਾਂਦਾ ਹੈ, ਉਹ ਗਲ ਜਾਂਦਾ ਹੈ। ਇਹ ਹਾਲਤ ਇਸ ਤਨ ਦੀ ਹੈ। ਕੋਈ ਬਿਮਾਰੀ ਖਤਮ ਕਰ ਦੇਗੀ, ਕੋਈ ਨਾ ਕੋਈ ਰੋਗ ਲੱਗ ਜਾਣਾ ਹੈ, ਵਡੇਪਾ ਆ ਜਾਣਾ ਹੈ। ਕਹਿੰਦੇ ਨਾਮ ਤੋਂ ਬਗੈਰ ਤੁਹਾਨੂੰ ਪਛਤਾਉਣਾ ਪਏਗਾ। ਇਹ ਤਨ ਕਾਗਜ਼ ਦੀ ਪੁੜੀਆ, ਬੂੰਦ ਪੜਤ ਗਲ ਜਾਓਗੇ। ਕਹਿਤ ਕਬੀਰ ਸੁਣੋ ਪਏ ਸਾਧੋ, ਇੱਕ ਨਾਮ ਬਿਨਾ ਪਛਤਾਓਗੇ। नानक हुक्म ना जानिए, अगे काई कार। महला पहला। जिन स्थाप जियां को पेजै, जिन स्थाप ले जावे। आपे थाप उथापै आपे, एते वेस करावे। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਜੀਵਾਂ ਨੂੰ ਜਿਨਸ ਸਵਾਸਾਂ ਪੂੰਜੀ ਬੁੱਧੀ ਦੇ ਕੇ ਭੇਜਦਾ ਹੈ ਖੁਦ ਪਰਮਾਤਮਾ, ਔਰ ਆਪ ਹੀ ਉਹ ਜਦੋਂ ਜਿੰਨਾ ਵਕਤ ਦਿੱਤਾ ਹੁੰਦਾ ਖੁਦ ਹੀ ਉਹ ਬੁਲਾਉਂਦਾ ਹੈ। ਇਹ ਨਹੀਂ ਕਿ ਪੈਦਾ ਕੋਈ ਹੋਰ ਕਰਦਾ ਹੈ।
और लिजांदा कोई होर है। सब कुछ ये इंतजाम परमात्मा ने अपने हथ विच रखा है। आपे थाप उथापै आपे, एते वेस करावै, जेते जीय फिरै अधूती, आपे भिखिया पावै। आप कहने लगे जिन्ने भी तुहानू अखां दे नाल बड़े छोटे दीदे है, वो सारे मंगते हैं। वो खुद परमात्मा ही सब नू कर्मां दे मुताबिक भिखिया पाउंदा है, पिछिया पाउंदा है। लेकिन ये कहना बड़ा औखा है, क्योंकि असी मन बुद्ध फलाव विच हैं। असी ये कहने नहीं, असी एडे सियाणे हैं, असी इस तरीके नाल कमाई कीती, असी तां ही कमाया है। लेकिन जिंदगी के तजर्बे दसदे है, जिहड़े अच्छे बिजनेसमैन हुंदे है, कदे कदे उन्हां दा दवाला भी निकल जाता है। तुसीं सोच के देख सकते हो, पहला इन्ने उच्चे क्यों चढ़ते हैं, फिर क्यों दवाला निकल जाता है। नहीं प्यारिओ, ये सब कुछ परमात्मा के हुक्म विच हुंदा है। लेकिन असी इसे वास्ते ही वो तो दूर हैं। चंगा काम कीता तो असी खुद ओहदा क्रेडिट लेने हैं। अगर कोई बुरा हो गया, घाटा पै गया, तो असी परमात्मा के जिम्मे दोष कढ़दे हैं। सानू पता ही है अज दे युग दे अंदर सर्जरी दे विच, डॉक्टरी दे विच बड़े कमाल कर देते हैं। दिल भी बनौटी ला दिंदे है, गुरदे दूसरे दे दूसरे विच ला दिंदे है। होर भी कई चमत्कार है कि जिन्हां नू सुन के बुद्धि अचंभा हो जाती है कि ऐसा किस तरह होया है। लेकिन अज काफी जवाना साइंस दे विच तरक्की कर चुका है, लोगों की बड़ी तीखन बुद्धि है। लेकिन इन्ना होने के बावजूद जिन्हों परमात्मा ले जाना चाहता है, वो सारे यतन फेल हो जाते हैं। कबीर साहब ने ये कहा कि वैद कहे हों ही भला, दारू मेरे वस, एते वस्त गोपाल की जब पावे ले खस। गुरु नानक देव जी महाराज कहते हैं, औखद आए रास जे विच आप खलोया। कित्थे दवाई कम करती है, कित्थे डॉक्टर दे हथ कम करते हैं, कित्थे उहदी अख कम करती है। जिथे वो आके खड़ गया कि इस जीव की बीमा नहीं है, अजे मैं स्वासां रूपी पूंजी इस नू देनी है, और इस डॉक्टर नू इस दा मैं जस भी दवाना है। जेते जीय फिरै अधूती, आपे भिखिया पावै। लेखै बोलन लेखै चलन, कायत कीचै दावे। मूल गुरु नानक देव जी महाराज कहते हैं, भरावो जो भी पलांग तुसी जमीन ते पुटदे हो, कदम धरदे हो, ये सब लेखे विच है। जिहड़ा तुरदे फिरदे हो सब लेखे विच है। जो बोलदे हो तुहाडा भी परमात्मा सुनदा है, ਇਹਦਾ भी रजिस्टर बनाई जाता है। तुसी ये ना कहो कि सानू कोई देखदा नहीं गा। जिन्ना महात्मा दी अखां खुलियां हैं, वो कहंदे नहीं, तुहानू हर जगह वो परमात्मा देख रहा है। देखण वाला कोई बाहर नहीं गा। तुहानू पता ही है कि लोग अज दे जमाने विच बड़ियां ताकतां आपदे हथ विच इंसान दी जिंदगी ले बैठे है कि असी इस तरह के परमाणु तैयार कर ले है, जिहदे नाल जद जाइए असी खत्म कर दिंदे हैं, कर सकते हैं। लेकिन असी देखते हैं उत्थे भी कहत कुदरत दे किस तरह ढिले है, भुचाल आ जाते हैं, बड़े जबरदस्त भूकंप आ जाते हैं। असी देखी जाते हैं। सो प्यारिओ, किस गल दे दावे करते हैं, वो बनाउंदे बनाउंदे इत्थे तर जाते हैं, होर आके उत्थे मैं लग जाते हैं करन। लेखै बोलन लेखै चलन, कायत कीचै दावे। मूल मत परवाना एहो, नानक आख सुनाए। गुरु नानक देव जी महाराज कहते हैं, साडा मूल मत समझाउण दा यही है। सब
जितने भी महात्मा अज तक संसार विच होए है, सब दा यही है कि शब्द की कमाई करो, नाम की कमाई करो। जिहड़ी सवासां रूपी पूंजी परमात्मा ने तुहानू दिती है, इहनू उस प्रभु दे लेखे विच लाओ। निमरता महात्मा दा श्रृंगार हुंदा है। वो नमूना बन के संसार विच आउंदे है, सानू बड़ा प्यार नाल समझाउंदे है कि किस तरह बई संसार दे विच अगर परमात्मा तुहानू तुहाडे कर्मां मुताबिक कोई शक्ति दिंदा है, तुसी उस दा ही धन्नवाद करो, वो देण वाले दा। अगर कोई थोड़ी बहुती विद्या दे दिंदा है, कोई हुनर दे दिंदा है, ये वो देण वाले दा धन्नवाद करो, ना कि तुसी उस नूं पा के देण वाले नूं ही भुल जाना है। मूल मत परवाना एहो, नानक आख सुनाए। कारणियों पर होए तपावस, जे को कह कहाए। गुरु नानक देव जी महाराज सानू चेतावनी दिंदे हैं कि जैसी तुसी करनी करके अंदर जाओगे, वो तुहाडी अच्छी तरह बाची जाएगी। तुहानू अच्छी तरह समझाया जाएगा की दुनिया दे विच कीता, की तू कीता। उथे जी फड़िया मुकर नहीं सकदा गा, क्योंकि खुद देखदा खाना मैं की कीता। गल्लां दे नाल तुसी भगत नहीं बन सकदे गे। गल्लां दा भगवान जिहड़ा है वो पेट नहीं भरदा गा। गल्लां नाल कोई तपा नहीं बन सकदा गा। कमाई करके ही कोई तपा बन सकदा है, भगत बन सकदा है, संत बन सकदा है। कहण लगे परमात्मा नूं पखंड नहीं प्यारा, ओनू भगती प्यारी है, ओनू सच्चाई प्यारी है। कबीर साहब कहंदे पखंडिया नर भोगे 84 खोज कर माही दे। महात्मा गुरु नानक देव जी महाराज किसी की निंदिया या आलोचना करके नहीं कहते, सच्चाई बयान करते हैं कि अगे प्रभु नू जो प्यारा है, भगती प्यारी है, कहण लगे उही तुसी करो। गल्लां करके दुनिया नू असीं धोखा दे सकते हैं, अपने आप नू भी दे लेने हैं। असीं कहने कौन देखदा है, लेकिन जिहड़ा साडे अंदर बैठा है वो साडी हर हरकत नू देखदा है। यही गुरु नानक ने दे विच समझाउण दी कोशिश कीती कि तुसी तुहाडा तुरना फिरना, बैठना उठना, खाना पीना, बोलना चलना सब ही लेखे विच है। कारणियों पर होए तपावस, जे को कह कहाए। पौड़ी गुरमुख चलत रचाए अन, गुण प्रगटी आया। आप कहने लगे संता महात्मा नू, गुरमुखा नू जो परमात्मा दे बच्चे बन गए है, एक चलत दुनिया दा है, वो उन्हां नू नजर विच आउंदे है। वो एक दुनिया नू इसे वास्ते तमाशा कहंदे है कि किस तरह वो परमात्मा दे हुक्म विच जीव दौड़े फिरदे आ, आपो अपने धंधे लगे हुए है। गुरमुख चलत रचाए अन, गुण प्रगटी आया। गुरबाणी सद उचरै, हर मन वसाया। बहंदे उठदे शब्द नाम दी कमाई करते है और उन्हां दे नाम विच परमात्मा वस जांदा है। गुरबाणी सद उचरै, हर मन वसाया। सकत गई परम कटिया, शिव जोत जगाया। शक्ति की माया दा भरम अंदरों निकल गया, तो परमात्मा की जोत प्रगट हो गई। शकत गई परम कटिया, शिव जोत जगाया। जिनके पोते पुण्य है, गुर पुरख मिलाया। हुण आप अपना तजर्बा बयान करते हैं, जिन्हां दे पिछे बहुत सारे अच्छे पुण्य, अच्छे कर्म, श्रेष्ठ कर्म जमा हो जाते हैं। गुरु सिर्फ उन्हां ही लोकां नूं आके
ਉਹ ਮਿਲਾਉਂਦਾ ਹੈ, ਉਹਨਾਂ ਨੂੰ ਉਹਨਾਂ ਦੀ ਦੱਸ ਪਾਉਂਦਾ ਹੈ, ਉਹ ਹੀ ਜਾ ਕੇ ਗੁਰਮੁਖਾਂ ਤੋਂ ਨਾਮਦਾਨ ਪ੍ਰਾਪਤ ਕਰ ਸਕਦੇ ਹੈ। जिन कै पोतै पुन है, गुर पुरख मिलाया, नानक सहजे मिल रहे, हर नाम समाया। ਗੁਰੂ ਸਾਹਿਬ ਨੇ ਬੜੀ ਇਹਦੇ ਵਿੱਚ ਸ਼ਬਦ ਨਾਮ ਦੀ ਮਹਿਮਾ ਗਾਈ ਹੈ। ਕਹਿਣ ਲੱਗੇ ਅਸੀਂ ਉਸ ਪਰਮਾਤਮਾ ਨੂੰ ਮਿਲ ਗਏ ਹਾਂ। ਇਹ ਸਾਡੇ ਗੁਰੂ ਦੀ ਦਇਆ ਹੋਈ, ਪਰਮਾਤਮਾ ਦੀ ਮਿਹਰ ਹੋਈ, ਜਿਹਦੇ ਖਾਤੇ ਵਿੱਚ ਪੁੰਨ ਹੁੰਦੇ ਹੈ। ਗੁਰੂ ਪੁਰਖ ਉਹਨਾਂ ਨੂੰ ਹੀ ਮਿਲਦਾ ਹੈ। ਉਹਨਾਂ ਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਕਿ ਮੈਂ ਨਾਮ ਲਵਾਂ, ਮੈਂ ਨਾਮ ਦੀ ਕਮਾਈ ਕਰਾਂ। हाँ भाई, हाँ भाई। महाराज जी, पिछले कुछ दिनों से जब हम यहाँ पे आपके साथ में बैठते हैं तो मैं ये देख रहा हूँ कि जब आप सेवकों की तरफ दृष्टि घुमाते हैं, देखते हैं, तो अक्सर आपका जो ध्यान है वो उस कोने में भी चला जाता है जहाँ पे कोई बैठा नहीं होता, या शायद कोई ऐसा व्यक्ति बैठा है जिसे हम नहीं देख पा रहे। तो मैं जानना चाहूंगा कि ऐसा क्यों है कि आपका ध्यान बार बार वहां पे चले जाता है? हाँ भाई, आपनु पता ही है कि परमात्मा तो बगैर कोई भी जगह खाली नहीं, वो सर्व जगह ही है। लेकिन आपो अपनी दृष्टिकोण है, आपो अपना देखण हुंदा है। मैं सोचदा कोई प्रेमी होर पीछे ना बैठा होवे। मेरा जो सवाल है वो दर्शन और प्रसाद से ताल्लुक रखता है। पिछली दफा जब मैं आया था तब एक घटना घटी। मैं यहाँ से कुछ प्रसाद आपसे बनवा के ले गया था काजुओं का, जो मैंने एक बक्से में डाल करके अपने रसोई घर में रख दिया। और 15 साल का एक लड़का जिसको कि आपके बारे में कोई जानकारी नहीं है और ना ही वो गुरु या किसी ऐसे संत मत के अंदर विश्वास करता है, उस लड़के ने वो सारे काजू बिना ये जाने के भी ये प्रसाद है वो खा गया। तो मैं जानना चाहता हूँ कि क्या उस व्यक्ति को जिसने वो काजू जो कि आपके दृष्टि से प्रसाद बने हुए थे जिसने वो खाए, क्या उसको उस प्रसाद की कोई दया प्राप्त हुई? क्या उसको कोई फैज या कोई फायदा पहुंचा, या प्रसाद से फायदा हमें अपनी श्रद्धा के अनुसार ही मिलता है, या जिसको आप जो देना चाहें प्रसाद के जरिए या किसी और जरिए तभी हमें मिलता है? हाँ भाई, फायदा तो साडा अपनी श्रद्धा के मुताबिक ही हुंदा है। जैसी जैसी साड़ी ग्रहण शक्ति है वैसा वैसा ही वो परमात्मा सानू दिंदा है। लेकिन फिर भी अगर किसी महात्मा दा प्रसाद बनाया होया किसी नू मिल जावे, वो भी एक शुभ कर्म हुंदा है, अच्छा कर्म हुंदा है। हो सकता है किसी वक्त इस नहीं तो अगले जन्म दे विच ये कर्म फलीभूत होए कि वो नाम की तरफ आए। असर प्रसाद दा खत्म नहीं हुंदागा, ਉਹਦੇ ਵਿੱਚ ਉਹੀ ਮੌਜੂਦ ਹੁੰਦਾ ਹੈ जैसा कि एक श्रद्धालु खा रहा हुंदा है। सवाल इतना हुंदा है कि दूसरे प्रेमी नूं ਉਹਦਾ ਗਿਆਨ नहीं हुंदा। अगर ਉਹਦਾ फायदा भी हुंदा है ਉਹਨੂੰ ਇਹ भी ज्ञान नहीं गा कि मेरा फायदा क्यों होया। मैं पहला भी यह कहानी सुनाई सीगी, शायद कुछ प्रेमियों ने संत बाणी विच पढ़ी होवे। वैसे ਅਸੀਂ बड़े तरीके नाल 5
ਨਾਮ ਦਾ ਸਿਮਰਨ ਕਰਦੇ ਹਾਂ। ਨਾਮਦਾਨ ਦੇ ਵਕਤ ਪੂਰੇ ਮੰਡਲਾਂ ਦਾ ਖਿਆਲ ਵੇਰਵਾ ਦੱਸਿਆ ਜਾਂਦਾ ਹੈ। ਵੇਰਵੇ ਨਾਲ ਰੋਸ਼ਨੀਆਂ ਦੇ ਮੁਤਾਲਕ, ਆਵਾਜ਼ਾਂ ਦੇ ਮੁਤਾਲਕ ਸਮਝਾਇਆ ਜਾਂਦਾ ਹੈ ਕਿਸ ਤਰ੍ਹਾਂ ਆਵਾਜ਼ ਨੂੰ ਪਕੜਨਾ ਹੈ, ਕਿਸ ਤਰ੍ਹਾਂ ਨਹੀਂ ਪਕੜਨਾ, ਕਿਸ ਤਰ੍ਹਾਂ ਤੁਸੀਂ ਕਾਮਯਾਬ ਹੋਵੋਗੇ, ਕਿਹੜੀਆਂ ਰੁਕਾਵਟਾਂ ਹਨ ਜਿਹੜੀਆਂ ਕਿ ਤੁਸੀਂ ਦੂਰ ਕਰਨੀਆਂ ਹਨ। ਸਤਸੰਗ ਦੇ ਅੰਦਰ ਹਰ ਚੀਜ਼ ਤੁਹਾਨੂੰ ਪਿਆਰ ਨਾਲ ਸਮਝਾਈ ਜਾਂਦੀ ਹੈ। ਲੇਕਿਨ ਜਿਸ ਤਰ੍ਹਾਂ ਆਪਾਂ ਕੋਈ ਜ਼ਮੀਨ ਦੇ ਅੰਦਰ ਬੀਜ ਪਾਉਂਦੇ ਹਾਂ, ਬੇਸ਼ੱਕ ਉਸ ਨੂੰ ਤਰਤੀਬਵਾਰ ਨਾ ਸਿੱਟਿਆ ਜਾਵੇ, ਲਾਈਨਾਂ ਦੇ ਵਿੱਚ ਕੋਈ ਦਾਣਾ ਵੈਸੇ ਵੀ ਡਿੱਗ ਪੈਂਦਾ ਹੈ, ਉਹ ਵੀ ਉਗਦਾ ਹੈ, ਜ਼ਮੀਨ ਦੀ ਸਤ੍ਹਾ ਲੈਂਦਾ ਹੈ, ਬਾਹਰ ਪੌਦਾ ਬਣ ਕੇ ਆਉਂਦਾ ਹੈ। ਤੋ ਪਰਮ ਸੰਤ ਕਬੀਰ ਸਾਹਿਬ ਕਹਿੰਦੇ ਹੈ, ਇਸੇ ਤਰ੍ਹਾਂ ਤੁਸੀਂ ਨਾਮ ਉਲਟਾ ਸੁਲਟਾ ਕਿਵੇਂ ਵੀ ਜਪੋ, ਤੁਹਾਨੂੰ ਇਹ ਅਸਰ ਕਰੇਗਾ, ਤੁਹਾਡੀ ਮਦਦ ਕਰੇਗਾ, ਤੁਹਾਡੇ ਅੰਦਰ ਨਾਮ ਪ੍ਰਗਟ ਹੋ ਜਾਏਗਾ। ਕੋਈ ਮਹਾਤਮਾ ਹੇਠਲੇ ਮੰਡਲਾਂ ਤੇ ਪਹੁੰਚਿਆ ਹੋਇਆ ਕਿਸੇ ਜ਼ਿਮੀਂਦਾਰ ਦੇ ਪਾਸ ਗਿਆ। ਜ਼ਿਮੀਂਦਾਰ ਲੋਕ ਕਾਫੀ ਭੋਲੇ ਭਾਲੇ ਹੁੰਦੇ ਹੈ, ਤਾਲੀਮ ਦੁਨਿਆਵੀ ਬਹੁਤ ਘੱਟ ਹੁੰਦੀ ਹੈ, ਲੇਕਿਨ ਉਹਨਾਂ ਲੋਕਾਂ ਦੀ ਸ਼ਰਧਾ ਪਿਆਰ ਕਮਾਲ ਦਾ ਹੁੰਦਾ ਹੈ। ਜਿੱਧਰ ਲਾ ਦੀਏ ਉਧਰ ਬੜੇ ਆਸਾਨੀ ਨਾਲ ਲੱਗ ਜਾਂਦੇ ਹੈ। ਉਹ ਜ਼ਿਮੀਂਦਾਰ ਨੇ ਸਵਾਲ ਕੀਤਾ, ਬਈ ਬਾਬਾ ਜੀ, ਮੈਂ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਗਾ, ਜਿਹੜਾ ਤੁਸੀਂ ਮੈਨੂੰ ਮੰਤਰ ਦੱਸੋ ਵੀ ਮੈਂ ਉਹ ਰਟ ਲਵਾਂ, ਮੈਂ ਤਾਂ ਅਨਪੜ੍ਹ ਆਦਮੀ ਹੈ, ਮੇਰੇ ਵਾਸਤੇ ਵੀ ਕੋਈ ਭਗਵਾਨ ਦਾ ਮਿਲਣਾ ਲਿਖਿਆ ਹੈ, ਉਹਦਾ ਕੀ ਨਾਂ ਹੈ, ਮੈਨੂੰ ਤੂੰ ਦੱਸ। ਉਹ ਮਹਾਤਮਾ ਨੇ ਪਿੱਛਾ ਛਡਾਉਣ ਦੇ ਮਾਰੇ ਨੇ ਉਹਨੂੰ ਕਿਹਾ ਵੀ ਤੈਨੂੰ ਆੜਬੰਦ ਲਫ਼ਜ਼ ਆਉਂਦਾ ਹੈ? ਉਹ ਕਹਿੰਦਾ ਹਾਂ ਜੀ, ਬੜਾ ਆਸਾਨੀ ਨਾਲ ਆਉਂਦਾ ਹੈ, ਕਿਉਂਕਿ ਉਹ ਰੋਜ਼ ਜੋ ਲੋਕ ਜ਼ਿਮੀਂਦਾਰ ਲੋਕ ਪਿਛਲੇ ਜ਼ਮਾਨਿਆਂ 'ਚ ਪਹਿਨਦੇ ਸੀਗੇ ਕੱਛਾ ਜਿਹਾ, ਉਹਨੂੰ ਆੜਬੰਦ ਹੀ ਬੋਲਦੇ ਸੀਗੇ। ਉਹ ਜਿਹੜੀ ਰੋਜ਼ ਪਹਿਨਦਾ ਸੀਗਾ ਉਹਦਾ ਉਹਨੂੰ ਕੀ ਮੁਸ਼ਕਿਲ ਸੀਗਾ, ਉਹ ਕਹਿ ਕੇ ਚਲਿਆ ਜਾਇਆ ਕਰੇ। ਉਹ ਤਾਂ ਚਲਿਆ ਗਿਆ ਮਹਾਤਮਾ ਤਾਂ। ਹੁਣ ਉਹ ਜ਼ਿਮੀਂਦਾਰ ਖੂਹ ਜੋੜੇ, ਹਲ ਜੋੜੇ, ਖੇਤ 'ਚ ਕੋਈ ਕਾਰੋਬਾਰ ਕਰੇ, ਬੜੀ ਪ੍ਰੇਮ ਪਿਆਰ ਨਾਲ ਆੜਬੰਦ ਕਹੀ ਜਾਇਆ ਕਰੇ। ਵਿਸ਼ਨੂੰ ਭਗਵਾਨ ਉਸ ਸੇ ਖੁਸ਼ ਹੋ ਗਿਆ, ਕਿਉਂਕਿ ਉਹ ਕੋਈ ਮੌਕਾ ਹੱਥ 'ਚੋਂ ਜਾਣ ਨਹੀਂ ਦਿੰਦਾ ਸੀਗਾ। ਇੱਕ ਦਿਨ ਉਹ ਬੈਠਾ ਬੈਠਾ ਹੱਸਿਆ। ਉਹਨਾਂ ਦੀ ਜਿਹੜੀ ਧਰਮ ਪਤਨੀ ਲక్ష్ਮੀ ਸੀ, ਉਹਨੇ ਹੱਸਣ ਦਾ ਕਾਰਨ ਪੁੱਛਿਆ ਕਿ ਤੁਸੀਂ ਇੰਨੇ ਖੁਸ਼ ਕਿਉਂ ਆ, ਅੱਜ ਹੱਸਦੇ ਕਿਉਂ ਆ? ਉਹਦਾ ਕੀ ਦੱਸਾਂ, ਇੱਕ ਮੇਰਾ ਨਵਾਂ ਹੀ ਨਾਂ ਨਵੇਂ ਭਗਤ ਨੇ ਰੱਖਿਆ ਹੋਇਆ, ਮੈਂ ਉਹਦੀ ਭਗਤੀ ਵੇਖ ਕੇ ਹੱਸਦਾ ਹੈ। ਔਰ ਲੇਕਿਨ ਉਹਨੇ ਮੈਨੂੰ ਆਪਦਾ ਨਾਮ ਜਪ ਕੇ ਖੁਸ਼ ਕਰ ਲਿਆ ਹੈ। ਉਹ ਕਹਿੰਦੀ ਤੁਸੀਂ ਕਹਿ ਦਿੰਦੇ ਹੋ ਕਿ ਮੇਰਾ ਨਵਾਂ ਭਗਤ ਹੈ, ਮੇਰਾ ਬੜਾ ਸ਼ਰਧਾਲੂ ਹੈ, ਤੁਸੀਂ ਚੱਲ ਕੇ ਭਗਤ ਦਾ ਦਰਸ਼ਨ ਤਾਂ ਕਰਾਓ। ਉਹ ਕਹਿੰਦਾ ਵੀ ਚੱਲ। ਵਿਸ਼ਨੂੰ ਭਗਵਾਨ ਲక్ష్ਮੀ ਉਹਦੇ ਕੂਏ ਉੱਪਰ ਆ ਗਏ। ਉਹ ਕਹਿਣ ਲੱਗਿਆ ਬਈ ਉਹ ਇੱਥੇ ਉਹ ਖੂਹ ਤੇ ਹੈਗਾ, ਤੂੰ ਉਹਨੂੰ ਮਿਲ ਲਾ, ਗੱਲਬਾਤ ਕਰ ਲੈ ਮੇਰੇ ਵਾਸਤੇ, ਭਲਾ ਉਹ ਕੀ ਕਰਦਾ ਹੈ। ਉਹ ਜਾ ਕੇ ਪੁੱਛਣ ਲੱਗੀ ਵੇ ਜ਼ਿਮੀਂਦਾਰਾ, ਤੂੰ ਆੜਬੰਦ ਕਾਸ ਨੂੰ ਕਹਿਣਾ ਹੈ? ਤੋ ਜ਼ਿਮੀਂਦਾਰ ਕਾਰੋਬਾਰ ਕਰਦਾ ਆਕਿਆ ਬੈਠਾ ਸੀਗਾ ਆਪਦੇ ਘਰੇਲੂ ਕਾਰੋਬਾਰ ਤੇ। ਉਹ ਕਹਿੰਦਾ ਯਾਦ ਕਰਦਾ ਤੇਰੇ ਖਸਮ ਨੂੰ। ਹੁਣ ਲక్ష్ਮੀ ਦਾ ਖਸਮ ਵਾਕਿਆ ਹੀ ਸੀਗਾ। ਤੋ ਵਿਸ਼ਨੂੰ ਭਗਵਾਨ ਨੇ ਉੱਥੇ ਉਹਨੂੰ ਦਰਸ਼ਨ ਦਿੱਤੇ ਵੀ ਆਹ ਦੇਖ ਮੇਰਾ ਭਗਤ ਕਿੱਡਾ ਅੰਤਰਜਾਮੀ ਹੈ, ਤੈਨੂੰ ਬਤਾਤਾ ਕਿ ਨਹੀਂ? ਕਿਉਂਕਿ ਭਗਵਾਨ ਭਗਤਾਂ ਦੀ ਲਾਜ ਰੱਖਦਾ ਹੈ। ਤੈਨੂੰ ਬਤਾ ਦਿੱਤਾ ਮੈਂ ਕਿਹਨੂੰ ਯਾਦ ਕਰਦਾ ਹੈ। ਸੋ ਪਿਆਰਿਓ, ਉਸ ਅਨਪੜ੍ਹ ਨੂੰ ਵੀ ਉਸ ਭਗਵਾਨ ਨੇ ਦਰਸ਼ਨ ਦਿੱਤੇ ਆ ਕੇ। ਹਾਂ, ਗੱਲ ਪ੍ਰਸ਼ਾਦ ਦੀ ਚੱਲ ਰਹੀ ਸੀ। ਸਾਨੂੰ ਪ੍ਰਸ਼ਾਦ ਸਦਾ ਹੀ ਸ਼ਰਧਾ ਨਾਲ ਜਿਹੜਾ ਲਿਜਾਨੇ ਆ ਰੱਖਣਾ ਚਾਹੀਦਾ ਹੈ, ਉਹਦੀ ਕਦਰ ਕਰਨੀ ਚਾਹੀਦੀ है। महाराज जी, मैं जानती हूँ कि आपने इस सवाल का जवाब पहले भी दिया होगा, लेकिन मैं फिर भी आपसे पूछ रही हूँ क्योंकि आज तक कभी भी इस सवाल का सही जवाब मुझे मिला नहीं।
मेरा सवाल यह है कि अक्सर मुझे काल की तरफ या काल के प्रति बहुत जबरदस्त क्रोध आता है, क्योंकि वो एक तो इतनी ऊंची चीज है, लेकिन फिर भी वो हम जीवों को अपने जाल के अंदर फंसाता है और हमें इतनी प्रताड़ना और इतनी परेशानियां, इतनी कठिनाइयां, इतनी दुख तकलीफें देता है। तो मुझे उसके प्रति काफी गुस्सा आता है। और यहाँ आने से पहले मैंने रसल की एक टेप सुनी जिसके अंदर उसने एक किताब का जिक्र किया है, और उसमें उसने ये बताया है कि हम आत्माओं को भगवान, सर्वशक्तिमान भगवान ने खुद ही काल के हवाले किया है। तो मेरा सवाल ये है कि जब भगवान ने हम आत्माओं को काल के हवाले किया, तो काल ने फिर हमें ये सारी दुख तकलीफें क्यों दी? और दूसरी बात यह है कि जब हम वापस अपने घर जाने की कोशिश कर रहे हैं, तो क्या जब हम शुरू में काल के हाथ में आए थे, उस समय जो दुख तकलीफें हमें थी, उससे बहुत ज्यादा दुख तकलीफें अब हमें क्यों दी जा रही है? हाँ भाई, कल सत्संग दे अंदर काफी कुछ इस दे मतलब दस्या गया कि साडा सब कुछ लेखे विच है। जो कदम पुटदे हैं, बोलते हैं, सौंदे बहंदे हैं, जो कर्म करते हैं, वो सब कुछ लेखे विच है। सानू कोई देखने वाला है। चंगा यही होएगा कि हर प्रेमी नू अनुराग सागर पढ़ना चाहिए है। ਇਹਦੇ मतलब बड़ा कबीर साहब ने खोल के लिखा है कि क्यों रूहां सतपुरुष ने काल नू दित्तियां, काल क्यों रचिया, और काल किसी नू कष्ट नहीं दिंदागा। वो साडे कर्मां दा भुगतान कराउंदा है। मैं आपनू एक कहानी सुनाऊंगा इस दे मतलब, मेरा ख्याल है, क्योंकि आसान हो जाता समझना। कोई अच्छी पढ़ी लिखी औरत सी, पंडितानी, ओदा गभरू लड़का गुजर गया। अच्छा वो भी विद्वान सी। वो बड़ी रोई पिट्टी चिल्लाई, भगवान नू बुरा भला कहन लगी कि असीं आम तौर दे उत्ते लोग भगवान च दोष कढ़दे हैं। बेशक ये घटना सच है या झूठ है, लेकिन बड़ी सिक्ख्यादायक है। कहंदे भी भगवान उन्हें पुछण लग्या कि तू मैनू क्यों गालां कढ़दी है? मैं तो किसी नू मारदा ही नहीं। तो होर कि मेरा किने पुत मारिया है? वो कहंदा ये तो काल दा काम है। उसने काल भगवान नू गालां कढ़ियां, वो भी एक सामने आया। वो कहने लग्या देख तू मैनू गालां क्यों कढ़दी है? मैं तो तेरा लड़का नहीं मारिया। ये तो लड़का क्योंकि लड़का सप लड़के मरिया सीगा कि उस सर्प ने डसिया है, उसदी जहर चढ़ गई है। उन्हें सर्प राजा नू गालां कढ़नियां शुरू कीतियां कि तुहाडा बुरा हाल होए। सर्प भी सामने आया। वो कहंदा देख तेरा लड़का पैदा होने तो मैं पहला तो इत्थे रह रहा, तो मैनू क्यों दोष दिन्नी है? मैनू जो हुक्म सीगा मैं तो वो कीता है। और ये तो सब कुछ भावी ने कीता है। उन्हें भावी नू गालां कढ़ियां, भावी भी आ गई। वो कहंदी भी देख ये तो समा चंद और सूरज का काम है, रुतां बदलनियां, महीने वगैरह का ज्ञान कराउणा। जद किसी का टाइम जिहड़ा निश्चित हुंदा है वो आउंदा है, तद ही मौत आउंदी है। उन्हां नूं भी बुरा भला कहा, वो भी आ गए। वो कहण लगे कि वेख बई साडा माता कोई नुक्स नहीं गा, ये तो सारा कर्म देवता का ही नुक्स है, जिन्हें ऐसा कर्म लिखिया कि एदी इस तरह मृत्यु होनी है। उन्हें कर्म देवता नूं भी कोसिया, उसे तरह बुरा भला कहा। कर्म देवता आ गया, उन्हें बुरा भला कहन लगी। वो कहंदा देख ठंडे दिल नाल सोच कि कर्म कौन करदा है। मैं तो भुगताउण वाला है, जैसा किसी का कर्म है मैं वैसा भुगताउणा है। वो कहंदी ये तो ठीक है, मेरा लड़का पढ़िया लिखिया सी, अच्छी कुल विच पंडितां दे पैदा होया सीगा। उन्हें कोई बुरा कर्म कीता हो जिहड़ा जवानी दे विच ही चलिया गया, फिर सर्प लड़के मरिया है। दे लड़के नूं कह
ਔਰ ਤੂੰ ਗਾਹਾਂ ਵਾਸਤੇ ਖੁਦ ਚੰਗਾ ਕਰਮ ਕਰ। ਸੋ ਪਿਆਰਿਓ, ਕਾਲ ਤੇ ਕ੍ਰੋਧ ਕਰਨਾ ਇਹ ਸਾਡੀ ਸੋਚਣੀ ਦੀ ਕਮੀ ਹੈ। ਕਾਲ ਕਿਸੇ ਨੂੰ ਦੁੱਖ ਨਹੀਂ ਦਿੰਦਾ, ਸੁੱਖ ਨਹੀਂ ਦਿੰਦਾਗਾ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਉਹਨੇ ਅੱਗੇ ਆਪੋ ਆਪਣੇ ਦੇਵਤੇ ਥਾਪੇ ਹੋਏ ਹੈ, ਕੋਈ ਕਰਮ ਦੇਵਤਾ ਬਣਾਇਆ ਹੈ, ਕੋਈ ਕੁਛ ਬਣਾਇਆ ਹੈ। ਉਹ ਵੀ ਗਾਹਾਂ ਕਿਸੇ ਨੂੰ ਦੁੱਖ ਸੁੱਖ ਨਹੀਂ ਦਿੰਦੇ ਗੇ। ਜੈਸੀ ਕਲਮ ਬੁੜੀ ਹੈ ਮਸਕ ਤੈਸੀ ਜੀੜੇ ਪਾਸ। ਜੈਸੀ ਅਸੀਂ ਕਰਮ ਕੀਤਾ ਹੈ ਵੈਸਾ ਹੀ ਉਹ ਸਾਡੇ ਮੱਥੇ 'ਚ ਪਰਵਾਨਾ ਲਿਖ ਦਿੰਦਾ ਹੈ। ਉਸੇ ਤਰ੍ਹਾਂ ਹੀ ਸਾਡੇ ਨਾਲ ਆ ਕੇ ਘਟਨਾ ਘਟਦੀ ਹੈ। ਲੇਕਿਨ ਸਾਨੂੰ ਨਾ ਪਤਾ ਹੋਣ ਕਰਕੇ ਅਸੀਂ ਆਪਣੇ ਤੇ ਇਹ ਗੱਲ ਨਹੀਂ ਢਾਲਦੇ ਕਿ ਸਾਡੇ 'ਚ ਕੋਈ ਨੁਕਸ ਹੈ, ਸਾਨੂੰ ਇਹ ਦੁੱਖ ਤਾਂ ਆਉਂਦਾ ਹੈ। ਅਸੀਂ ਉਸ ਭਗਵਾਨ ਦੇ ਵਿੱਚ ਨੁਕਸ ਕੱਢਦੇ ਹਾਂ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਐਸੇ ਲੋਕਾਂ ਨੂੰ ਕਿ ਉਹ ਲੋਕ ਨਾ ਭਗਵਾਨ ਦੇ ਵੱਟੇ ਮਾਰਦੇ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਨਾਮ ਦਾਨ ਦੀ ਗਤੀਵਿਧੀ 'ਚ ਵੀ ਦੱਸਿਆ ਜਾਂਦਾ ਹੈ ਕਿ ਅਸੀਂ ਸਰੀਰ ਨਹੀਂ ਆਤਮਾ ਹੈ, ਔਰ ਸਰੀਰ ਤਾਂ ਸਾਨੂੰ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਮਿਲਿਆ ਹੈ। ਸੋ ਇਹ ਹੈ ਕਿ ਕਰਮ ਕਰਨ ਵਾਸਤੇ ਹਰ ਆਦਮੀ ਸੁਤੰਤਰ ਹੈ। ਚੰਗੇ ਕਰੇ ਮਾੜੇ ਕਰੇ, ਉਹ ਉਸੇ ਨੇ ਹੀ ਉਹਨਾਂ ਦਾ ਭੁਗਤਾਨ ਕਰਨਾ ਹੈ। ਗੁਰੂ ਨਾਨਕ ਕਹਿੰਦੇ ਆ, ਕੀਤਾ ਪਾਈਏ ਆਪਣਾ ਤਾਂ ਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨ ਕੀਚੀ ਦੇ ਲੰਮੀ ਨਜ਼ਰ ਨਿਹਾਲੀਐ। ਫਿਰ ਇਹ ਵੀ ਗੁਰੂ ਨਾਨਕ ਕਹਿੰਦੇ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਤੁਲਸੀ ਸਾਹਿਬ ਕਹਿੰਦੇ ਆ, ਅਨੇਕਾਂ ਜਨਮਾਂ ਦੀ ਵਿਗੜੀ ਹੋਈ ਅਗਰ ਤੁਸੀਂ ਸ਼ਬਦ ਨਾਮ ਦੀ ਕਮਾਈ ਕਰੋ ਤਾਂ ਤੁਹਾਡੀ ਬਣ ਸਕਦੀ ਹੈ ਪਰਮਾਤਮਾ ਨਾਲ। ਪਰਮਾਤਮਾ ਨੇ ਜੋ ਨਿਯਮ ਬਣਾਏ ਹੈ, ਕੁਦਰਤ ਨੂੰ ਜਿਹਨੂੰ ਅਸੀਂ ਕੁਦਰਤ ਕਹਿੰਦੇ ਹਾਂ, ਉਹਦੇ ਵਿੱਚ ਨੁਕਸ ਕੱਢਣਾ ਸਾਡਾ ਕੋਈ ਹੱਕ ਨਹੀਂ। ਅਸੀਂ ਉਹਨਾਂ ਨੂੰ ਤਬਦੀਲ ਵੀ ਨਹੀਂ ਕਰ ਸਕਦੇ। ਗੁਰੂ ਨਾਨਕ ਦੇ ਪਾਸ ਬਹੁਤ ਸਾਰੇ ਲੋਕ ਆਏ ਬਹਿਸ ਸੰਵਾਸਾ ਕਰਨ ਵਾਸਤੇ ਕਿ ਸ੍ਰਿਸ਼ਟੀ ਕਦ ਰਚੀ ਗਈ, ਕਿਵੇਂ ਰਚੀ। ਉਹ ਕਹਿਣ ਲੱਗੇ, ਤਿੱਥ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ। ਨਾ ਤਾਂ ਇਹ ਪੁਰਾਣਾਂ ਦੇ ਵਿੱਚ ਲਿਖਤ ਹੈ ਕਿ ਧਰਤੀ ਕਦ ਬਣੀ ਸੀ। ਅਗਰ ਹੁੰਦਾ ਤਾਂ ਪੰਡਤਾਂ ਨੂੰ ਪਤਾ ਹੁੰਦਾ, ਉਹ ਤਰੀਕ ਪਾ ਜਾਂਦੇ। ਜੋਗੀਆਂ ਨੂੰ ਪਤਾ ਹੁੰਦਾ ਤਾਂ ਉਹ ਵੀ ਤਿਥਵਾਰ ਲਿਖ ਜਾਂਦੇ ਕਿ ਕਿਹਨੇ ਸ੍ਰਿਸ਼ਟੀ ਬਣਾਈ, ਕਿਉਂ ਬਣਾਈ, ਕਦ ਇਹ ਪੈਦਾ ਹੋਈ ਸੀ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਏ। ਕਹਿਣ ਲੱਗੇ ਸਾਰਿਆਂ ਨੂੰ ਚੰਗਾ ਇਹ ਹੈ ਕਿ ਉਹਦੇ ਪਾਸ ਚੱਲ ਕੇ ਆਪਾਂ ਸਵਾਲ ਕਰੀਏ, ਉਹਨੂੰ ਪੁੱਛੀਏ ਕਿ ਇਹ ਇਸ ਤਰ੍ਹਾਂ ਦੇ ਨਿਯਮ ਤੈਂ ਕਿਉਂ ਬਣਾਏ ਬਈ। ਸਵਾਮੀ ਜੀ ਮਹਾਰਾਜ ਦੇ ਅੱਗੇ ਅੰਤਰਮੁਖੀ ਕੁਛ ਆਤਮਾ ਨੇ ਇਹੀ ਸਵਾਲ ਕੀਤੇ ਕਾਲ ਦੇ ਮੁਤਲਕ ਕਿ ਹੁਣ ਤੂੰ ਸਾਨੂੰ ਲੈਣ ਵਾਸਤੇ ਆਇਆ ਹੈ, ਅੱਗੇ ਵਾਸਤੇ ਤੇਰਾ ਕੀ ਭਰੋਸਾ ਹੈ, ਤੂੰ ਫੇਰ ਕਾਲ ਨੂੰ ਸੌਂਪ ਦੇਵੇਂ। ਇਹ ਕਾਲ ਤੂੰ ਰਚਿਆ ਹੀ ਕਿਉਂ, ਕਿ ਜੈਸਾ ਇਹ ਸਵਾਲ ਦਾ ਹਿੱਸਾ ਹੈ। ਉਹ ਆਤਮਾ ਨੂੰ ਜਵਾਬ ਦਿੰਦੇ ਹੈ ਕਿ ਕਾਲ ਅਸੀਂ ਜਾਣ ਬੁੱਝ ਕੇ ਰਚਿਆ ਹੈ, ਕਿਉਂਕਿ ਬਗੈਰ ਖੌਫ ਜੀ ਵਸ ਵਿੱਚ ਨਹੀਂ ਰਹਿੰਦੇ ਸੀਗੇ। ਇਹ ਮੌਜ ਇੱਕ ਵਾਰੀ ਸੀ ਆਤਮਾ ਵਾਸਤੇ। ਹੁਣ ਜਿਹੜੀ ਵੀ ਆਤਮਾ ਮੇਰੇ ਦੇਸ਼ ਪਹੁੰਚ ਜਾਏਗੀ, ਮੇਰਾ ਸੰਦੇਸ਼ ਸੁਣ ਲਏਗੀ, ਮੈਂ ਉਸ ਨੂੰ ਮੁੜ ਕੇ ਕਾਲ ਨੂੰ ਨਹੀਂ ਸੌਂਪੂੰਗਾ। ਸੋ ਇਸ ਵਾਸਤੇ ਇਹ ਸਵਾਲ ਅਗਰ ਅਸੀਂ ਹੱਲ ਕਰਨਾ ਹੈ ਤੇ ਸਾਨੂੰ ਸਭ ਤੋਂ ਪਹਿਲਾਂ ਅੰਦਰ ਉਸ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਹੈ। ਨਹੀਂ ਤਾਂ ਸਾਨੂੰ ਅਨੁਰਾਗ ਸਾਗਰ ਪੜ੍ਹ ਕੇ ਤਸੱਲੀ ਕਰ ਲੈਣੀ ਚਾਹੀਦੀ ਹੈ। ਸਵਾਮੀ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਬੜਾ ਕੁਛ ਲਿਖਿਆ ਹੈ ਖੋਲ ਕੇ, ਕਾਲ ਔਰ ਦਿਆਲ ਦਾ ਭੇਦ ਕਿ ਕਿਉਂ ਰਚਿਆ ਗਿਆ। ਸੱਚਾਈ ਤਾਂ ਇਹ ਹੈ ਕਿ ਸੰਤ ਸਾਨੂੰ ਇਹੀ ਮਸਲਾ ਹੱਲ ਕਰਾਉਣ ਵਾਸਤੇ ਆਉਂਦੇ ਹੈ। ਸਾਨੂੰ ਵਜਾਏ ਉਹਦੇ ਵਿੱਚ ਨੁਕਸ ਕੱਢਣ ਦੇ ਅੰਦਰ ਜਾਈਏ ਔਰ ਠੰਡੇ ਦਿਲ ਨਾਲ ਉੱਥੇ ਅਸੀਂ ਇਹ ਸਵਾਲ ਕਰ ਸਕਦੇ ਹਾਂ। ਇਸੇ ਵਾਸਤੇ ਸੰਤ ਕਹਿੰਦੇ ਹੈ ਕਿ ਤੁਸੀਂ ਅੱਜ ਦਾ ਕੰਮ ਕੱਲ ਤੇ ਨਾ ਪਾਓ ਔਰ ਉੱਠਦੇ ਬਹਿੰਦੇ ਤੁਸੀਂ ਸ਼ਬਦ ਨਾਮ ਦੀ ਕਮਾਈ ਕਰੋ। ਕਬੀਰ ਸਾਹਿਬ ਕਹਿੰਦੇ ਹੈ, ਸ਼ੁਰੂ ਦੇ ਵਿੱਚ ਜਦ ਕੁਛ ਆਤਮਾ ਸੰਸਾਰ ਵਿੱਚ ਭੇਜੀਆਂ, ਕਿਉਂਕਿ ਕਰਮਾਂ ਦਾ ਕਿਸੇ ਤੇ ਬੋਝਾ ਨਹੀਂ ਸੀ, ਉਹ ਬੜੀ ਜਲਦੀ ਭੰਡਾਰ ਵਾਪਸ ਹੋ ਗਈਆਂ। ਫਿਰ ਉਹਨਾਂ ਨੇ ਤਨ ਰਚਿਆ, ਨਾਲ ਮਨ ਲਾਤਾ, ਕਰਮ ਦੀ ਕਿਰਿਆ ਚਲਾ ਦਿੱਤੀ। ਜੋ ਕਰੇ ਸੋ ਭਰੇ, ਜੈਸਾ ਕਰਨੀ ਵੈਸੀ ਭਰਨੀ। ਪਿਆਰੇ
ਸਾਨੂੰ ਠੰਡੇ ਦਿਲ ਨਾਲ, ਸ਼ਾਂਤ ਮਨ ਨਾਲ ਕਮਾਈ ਕਰਨੀ ਚਾਹੀਦੀ ਹੈ। ਜਦ ਇੱਕ ਵਾਰੀ ਕੋਈ ਆਤਮਾ 84 ਦੇ ਵਿੱਚ ਚੱਕਰ ਖਾ ਕੇ ਦੁਖੀ ਹੋ ਕੇ, ਕਿਉਂਕਿ ਹਰ ਜਾਮੇ ਦੇ ਵਿੱਚ ਦੁੱਖਾਂ ਦੀ ਕੋਈ ਬਿਆਨ ਨਹੀਂ ਕੀਤੀ ਜਾਂਦੀ, ਪਸ਼ੂ ਪੰਛੀਆਂ ਦੇ ਵਿਚਾਰਿਆਂ ਦੀ ਹਾਲਤ ਵੇ ਨਹੀਂ ਐਸੀ, ਲੇਕਿਨ ਜਦ ਇਨਸਾਨ ਦੇ ਜਾਮੇ ਵਿੱਚ ਆ ਕੇ ਅਸੀਂ ਸੌਖੇ ਨਹੀਂ, ਖੁਸ਼ ਨਹੀਂ, ਹੋਰ ਕਿਹੜੇ ਜਾਮੇ ਵਿੱਚ ਆਸ ਲਾਈ ਬੈਠੇ हैं। ਜਦ ਸਾਨੂੰ ਕਿਤੇ ਨਾਮ ਦਾ ਭੇਦ ਮਿਲ ਜਾਂਦਾ ਹੈ, ਕੋਈ ਐਸਾ ਮਹਾਤਮਾ ਦੇ ਦਿੰਦਾ ਹੈ ਜਿਹੜਾ ਖੁਦ ਅੰਦਰ ਜਾਂਦਾ ਹੈ, ਤਾਂ ਅਸੀਂ ਪਰਮਾਤਮਾ ਦੇ ਦਰਬਾਰ ਪਹੁੰਚ ਜਾਂਦੇ ਹਾਂ। ਉੱਥੇ ਜਾ ਕੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਤਨੇ ਦੁਖੀ ਹੋਏ ਸੰਸਾਰ ਵਿੱਚ। ਫਿਰ ਅਸੀਂ ਇਧਰਲੇ ਪਾਸੇ ਝਾਕਦੇ ਵੀ ਨਹੀਂ। ਜਦ ਸੂਫੀ ਸੰਤ ਬੁੱਲੇ ਸ਼ਾਹ ਅੰਦਰ ਗਏ, ਜਿਹੜੀਆਂ ਉੱਥੇ ਆਤਮਾ ਪਹੁੰਚੀਆਂ ਹੁੰਦੀਆਂ ਹਨ, ਉਹ ਸਵਾਗਤ ਨੂੰ ਆਉਂਦੀਆਂ ਹਨ, ਬੜਾ ਪਿਆਰ ਕਰਦੀਆਂ ਹਨ, ਕਿਉਂਕਿ ਉਹ ਦੇਸ਼ ਹੀ ਪਿਆਰਾਂ ਦਾ ਹੈ, ਸ਼ਾਂਤੀ ਦਾ ਹੈ। ਉਹ ਲਿਖਦੇ ਹੈ ਆਪਣੇ ਕਲਾਮ ਵਿੱਚ, ਬੁੱਲਾ ਰੰਗ ਮਹੱਲੀ ਜਾ ਚੜਿਆ, ਲੋਕ ਪੁੱਛਣ ਆਏ ਖੈਰ, ਉਹ ਕਹਿੰਦੇ ਖੁਸ਼ ਹੈ, ਆ ਗਿਆ ਜੀ ਆਇਆ। ਕੋ ਖੱਟ ਕੇ ਲਿਆਂਦਾ ਉਸ ਦੁਨੀਆ ਚੋਂ, ਉਹ ਕਹਿੰਦਾ ਨਾ ਪਿਆਰਿਓ, ਮੂੰਹ ਕਾਲਾ ਤੇ ਨੀਲੇ ਪੈਰ, ਆਹ ਕੁਛ ਹੀ ਉਤੋਂ ਖਟਿਆ ਹੈ। ਸੋ ਪਿਆਰਿਓ, ਅਸੀਂ ਅਗਰ ਕ੍ਰੋਧ ਕਰਦੇ ਹਾਂ ਉਸ ਤਾਕਤ ਦੇ ਉੱਤੇ, ਅਸੀਂ ਇੱਕ ਹੋਰ ਕਰਮ ਬਣਾ ਲੈਂਦੇ ਹਾਂ। ਸਾਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ, ਕਰਮਾਂ ਦੇ ਚੱਕਰ ਚੋਂ ਨਿਕਲਣਾ ਚਾਹੀਦਾ, ਸ਼ਬਦ ਨਾਮ ਦੀ ਕਮਾਈ ਕਰਨੀ ਚਾਹੀਦੀ। ਅਗਰ ਕੋਈ ਇਹ ਕਵੇ ਕਿ ਥਾਣੇ ਕਿਉਂ ਬਣਾਏ ਗਏ, ਪੁਲਿਸ ਕਿਉਂ ਬਣਾਈ ਗਈ, ਕਾਨੂੰਨ ਕਿਉਂ ਬਣਾਏ ਗਏ, ਜੋ ਬੁਰਾਈਆਂ ਕਰਦੇ ਹੈ ਉਹ ਕਹਿਣ ਅਗਰ ਇਹ ਬਣਾਈਆਂ ਤਦ ਹੀ ਸਾਨੂੰ ਇਹ ਲੋਕ ਜੇਲ੍ਹ 'ਚ ਡਾਲਦੇ ਹੈ। ਜੇਲ੍ਹਾਂ ਕਿਉਂ ਬਣਾਈਆਂ ਗਈਆਂ? ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ, ਇਹ ਉਹਨਾਂ ਹੀ ਲੋਕਾਂ ਦੀ, ਅਪਰਾਧੀਆਂ ਦੀ ਸੋਚਣ ਹੈ ਜੋ ਲੋਕ ਸ਼ਾਂਤੀ ਦਾ ਜੀਵਨ ਬਤੀਤ ਕਰਦੇ ਹੈ, ਉਹਨਾਂ ਕਾਨੂੰਨਾਂ ਦਾ ਪਾਲਣ ਕਰਦੇ ਹੈ। ਉਹਨਾਂ ਨੂੰ ਕਿਸੇ ਵੀ ਗੌਰਮੈਂਟ ਦੇ ਕਾਨੂੰਨ ਦੇ ਨਾਲ ਕੋਈ ਆਪੱਤੀ ਨਹੀਂ, ਕੋਈ ਗੌਰਮੈਂਟ ਨੂੰ ਬੁਰਾ ਭਲਾ ਨਹੀਂ ਕਹਿੰਦੇ ਗਏ। ਕੋਈ ਥੋੜੇ ਚਿਰ ਦੀ ਬਾਤ ਹੈ, ਚੰਡੀਗੜ੍ਹ ਤੋਂ ਇੱਕ ਫੈमिली मेरे पास आई, वो अच्छी पढ़ी लिखी फैमिली है, कम से कम वो भैन भरा मेरे पास है। उन्होंने सत्संग सुनिया, सुन के उन्होंने अच्छा लग्या। वो कहते जी असी तो सारे भैन भरा भगवान नूं गालां रच के कढ़दे हैं जो पैने हैं मंजे ते कि सानू विद्या क्यों दिती, असी औखे क्यों हैं, असी सारे के भैन भरा दुखी हैं। मैं उन्होंने कहा क्यों भी प्यारे हो, कि तुहानू भगवान दिसदा है, तुसी गालां कढ़दे हो? कि जी नहीं। फिर तुसी उहनू देखिया दुख दिंदे नू? कि नहीं। फिर तुसी नाम लो, कमाई करो, ये गल्लां आपां बाद में करांगे। जद उन्होंने नाम लिया, थोड़ा बहुता बैठन लगे, एक दो सत्संग सुने, उन्होंने समझ आ गई, वो इस बुरे कर्म तो बच गए। मैं आशा करदा आप लोग अनुराग सागर जरूर पढ़ें, क्योंकि हो सकता है ये सवाल होर भी कई लोगों के दिमाग में घूमता होवे। ठंडे दिल नाल पढ़ो, संत बाणी मैगजीन भी तुसी जरूर पढ़ो, ठंडे दिल नाल पढ़ो। फिर साडे अंदर जो कमियां है, महात्मा दी जो बोलनी है, सोचनी है, सत्संग दे विच दसदे है, वो अपना तजर्बा दसदे है। सानू अपने उपर घटा के उन्हां दा तजर्बा करना बड़ा जरूरी हुंदा है।